ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ 5ਵੇਂ ਦੀ ਬਾਣੀ। ਕੱਲ੍ਹ ਆਪਾਂ ਵਿਚਾਰ ਰਹੇ ਸੀ ਹਰ ਰਸ ਦੇ ਬਾਰੇ 'ਚ। ਬਿਹਾਰੀ ਦਾ ਰਸ ਹੈ ਜਿਹੜਾ, ਇਹ ਕਿਸੇ ਕੀਮਤ 'ਤੇ ਨਹੀਂ ਮਿਲਦਾ। ਜਿਸ ਨੂੰ ਪ੍ਰਭੂ ਕਿਰਪਾ ਕਰਦਾ ਉਸੇ ਨੂੰ ਦਿੰਦਾ ਹੈ। ਇਹ ਸਾਧੂ ਜਨਾਂ ਦੇ ਕੋਲੋਂ ਪ੍ਰਾਪਤ ਹੁੰਦਾ ਹੈ ਅਤੇ ਇਸ ਨੂੰ ਚੱਖ ਕੇ ਮਨ ਬਿਸਮਾਦ ਹੋ ਜਾਂਦਾ ਹੈ, ਕਿਉਂਕਿ ਇਹ ਬਿਸਮਾਦ ਹੈ ਹਰ ਰਸ। ਆਪਾਂ ਵਿਚਾਰਦੇ ਸੀ ਨਾਨਕ ਚਾਖ ਪਏ ਬਿਸਮਾਦ, ਨਾਨਕ ਗੁਰ 'ਤੇ ਆਇਆ ਸਾਧ। ਇਹ ਗੁਰ ਤੋਂ ਇਹ ਗਿਆਨ ਪ੍ਰਾਪਤ ਹੁੰਦਾ ਹੈ, ਫਿਰ ਸਾਨੂੰ ਹਰ ਰਸ ਦਾ ਭੇਤ ਆਉਂਦਾ ਹੈ। ਫਿਰ ਮਨ ਉਸ ਸਵਾਦ ਨੂੰ ਜਾਣਦਾ ਹੈ ਜਿਹੜਾ ਬੁੱਝ ਲੈਂਦਾ ਹੈ ਬਿਸਮਾਦ ਨੂੰ। ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੁਝਿਆ ਤਿਸ ਆਇਆ ਸਵਾਦ। ਈਤ ਊਤ ਕਤ ਛੋੜ ਨਾ ਜਾਏ, ਨਾਨਕ ਗੀਤਾ ਹਰ ਰਸ ਮਾਹੇ। ਇਹ ਐਸਾ ਰਸ ਹੈ, ਨਾ ਇੱਥੇ ਛੱਡ ਕੇ ਜਾਵੇ ਅਤੇ ਨਾ ਅੱਗੇ, ਕਿਉਂਕਿ ਇੱਥੇ ਜਿਹੜਾ ਸਰੀਰ ਤੱਕ ਸੀਮਤ ਨੇ, ਇਹ ਰਸ ਸਰੀਰ ਵੀ ਇੱਥੇ ਰਹਿ ਜਾਣਾ ਅਤੇ ਰਸ ਵੀ ਇੱਥੇ ਰਹਿ ਜਾਣੇ, ਜਿਹੜੇ 9 ਦਰਾਂ ਤੱਕ ਦੇ ਰਸ ਨੇ। ਅਤੇ ਜਿਹੜਾ ਮਨ ਦਾ ਰਸ ਹਰ ਰਸ, ਇਹ ਇੱਥੇ ਵੀ ਰਹਿੰਦਾ ਅਤੇ ਅੱਗੇ ਵੀ ਹੈ। ਨਾਨਕ ਗੀਤਾ ਹਰ ਰਸ ਮਾਹੇ। ਅਤੇ ਸਤਿਗੁਰ ਸਮਝਾਉਂਦੇ ਨੇ ਕਿ ਅਸੀਂ ਤਾਂ ਹਰੀ ਦੇ ਰਸ ਦੇ ਵਿੱਚ ਤ੍ਰਿਪਤ ਹਾਂ, ਉਸ ਦੇ ਵਿੱਚ ਗੀਤੇ ਹਾਂ, ਉਸ ਵਿੱਚ ਰਤੇ ਹਾਂ। ਇਹ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਆਸਾ ਮਹੱਲਾ 5ਵਾਂ। ਆਸਾ ਰਾਗ ਦੇ ਵਿੱਚ ਮਹੱਲੇ 5ਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਸੁਣ ਸੁੰਦਰ ਸਾਧੂ ਬਚਨ ਉਦਾਰੀ, ਦੁਖ ਭੂਖ ਮਿਟੈ ਤੇਰੋ ਸਹਿਸਾ, ਸੁਖ ਪਾਵੈ ਤੂੰ ਸੁਖਮਨ ਨਾਰੀ। ਸੁਖਮਨ, ਸੁਖਮਨ ਜਿਹੜਾ ਸਾਡੀ ਜੋਤ ਹੈ, ਜਿਹੜੀ ਗੁਪਤ ਹੋਈ ਹੈ। ਹੁਣ ਇਸ ਦਾ ਉਧਾਰ ਜਿਹੜਾ ਹੋਣਾ ਹੈ, ਕਿਉਂਕਿ ਸਾਡੀ ਜਿਹੜੀ ਸੁਖਮਨ, ਜਿਹੜੀ ਸਾਡੀ ਜੋਤ ਹੈ, ਬੜੀ ਸੁੰਦਰ ਹੈ, ਪਰਮੇਸ਼ਰ ਦੀ ਅੰਸ਼ ਹਾਂ। ਪਰ ਹੁਣ ਗਿਆਨ ਤੋਂ ਬਿਨਾਂ ਇਹ ਜੋਤ ਹੀ ਗੁਪਤ ਹੋ ਗਈ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਜੋਤ ਦੇ ਉੱਤੇ ਮੈਲ ਲੱਗ ਗਈ ਹੈ, ਮੈਲੀ ਹੋ ਗਈ ਹੈ ਜੋਤ। ਅਤੇ ਹੁਣ ਇੱਥੇ ਫਿਰ ਸਮਝਾਉਂਦੇ ਨੇ ਕਿ ਇਹ ਸੁੰਦਰ ਮਨ ਨੂੰ, ਜੋਤ ਨੂੰ ਸਮਝਾ ਰਹੇ ਨੇ। ਤੂੰ ਬਚਨ ਸੁਣ, ਕਿਹਦੇ? ਸਾਧੂ ਦੇ। ਉਹੀ ਬਚਨ ਤੇਰਾ ਉਧਾਰ ਕਰਦੇ ਨੇ, ਉਹਨਾਂ ਨਾਲ ਹੀ ਤੇਰਾ ਉਧਾਰ ਹੋਣਾ ਹੈ। ਇਸ ਕਰਕੇ ਤੂੰ ਸਾਧੂ ਦੇ ਬਚਨ ਸੁਣ। ਦੁੱਖ ਭੁੱਖ ਮਿਟੈ ਤੇਰੋ ਸਹਿਸਾ, ਤੇਰੀ ਦੁੱਖ, ਤੇਰਾ ਭੁੱਖ, ਤੇਰੀ ਭੁੱਖ, ਤੇਰਾ ਦੁੱਖ ਅਤੇ ਤੇਰਾ ਭਰਮ ਸਹਿਸਾ ਜਿਹੜਾ ਹੈ, ਇਹ ਮਿਟ ਜਾਏਗਾ। ਕਿਉਂਕਿ ਸਹਿਸੇ ਨਾਲ ਹੀ ਮਨ ਮਲੀਨ ਹੈ, ਭਰਮ ਦੇ ਵਿੱਚ ਪਿਆ ਹੈ, ਭਰਮ ਵਿੱਚ ਸੁੱਤਾ ਹੈ। ਇਸ ਕਰਕੇ ਤੇਰਾ ਮਿਟ ਜਾਏਗਾ। ਦੁੱਖ ਸੁੱਖ ਮਿਟੈ ਤੇਰੋ ਸਹਿਸਾ, ਸੁਖ ਪਾਵੈ ਤੂੰ ਸੁਖਮਨ ਨਾਰੀ। ਫਿਰ ਤੂੰ ਸੁਖੀ ਹੋ ਜਾਵੇਂਗੀ ਹੇ ਸੁਖਮਨ ਨਾਰੀ। ਤੈਨੂੰ ਸੁਖ ਪ੍ਰਾਪਤ ਹੋਏਗਾ ਕਿ ਤੂੰ ਹੀ ਉਸ ਪ੍ਰਭੂ ਦੀ ਸੁਹਾਗਣ ਬਣਨਾ ਹੈ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਆਓ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ।
ਕਾਮ ਕ੍ਰੋਧ ਲੋਭ ਮੋਹ ਮਿਟਾਵੈ, ਛੁਟਕੈ ਦੁਰਮਤ ਆਪਣੀ ਤਾਰੀ। ਜਦੋਂ ਅਸੀਂ ਸਾਧੂ ਜਨਾਂ ਦਾ ਬਚਨ ਸੁਣਦੇ ਹਾਂ, ਉਹ ਬਚਨ ਜਿਹੜਾ ਸਾਡਾ ਉਦਾਰ ਕਰਦੇ ਨੇ, ਇਹਦੇ ਨਾਲ ਫਿਰ ਸਾਡੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਇਹ ਖਤਮ ਹੋ ਜਾਂਦਾ ਹੈ, ਛੁੱਟ ਜਾਂਦੇ ਨੇ। ਅਤੇ ਜਿਹੜੀ ਦੁਰਮਤ ਹੈ, ਜਿਹੜੀ ਅਸੀਂ ਆਪਣੀ ਮੱਤ ਧਾਰਨ ਕੀਤੀ ਹੋਈ ਹੈ, ਉਹ ਆਪਣੀ ਮੱਤ ਖਤਮ ਹੋ ਜਾਂਦੀ, ਛੁੱਟ ਜਾਂਦੀ, ਅਤੇ ਗੁਰ ਦੀ ਮੱਤ ਪ੍ਰਾਪਤ ਹੋ ਜਾਂਦੀ ਹੈ। ਹੋਏ ਨਿਮਾਣੀ ਸੇਵ ਕਮਾਵੈ, ਫਿਰ ਗੁਰ ਦਾ ਵਚਨ ਲੈ ਕੇ ਇਹਨਾਂ ਤੋਂ ਛੁਟਕਾਰਾ ਕਰਕੇ ਫਿਰ ਮਨ ਨੀਵਾਂ ਰਹਿੰਦਾ ਹੈ, ਸੇਵਾ ਕਰਦਾ ਹੈ। ਜਦੋਂ ਇੱਦਾਂ ਫਿਰ ਸੇਵਾ ਕਮਾਏਗੀ, ਹੋਏ ਨਿਮਾਣੀ ਸੇਵ ਕਮਾਵੈ, ਤਾਂ ਪ੍ਰੀਤਮ ਹੋਵੈ ਮਨ ਪਿਆਰੀ। ਫਿਰ ਆਪਾਂ ਪ੍ਰੀਤਮ ਨੂੰ ਪਿਆਰੀ ਹੋ ਜਾਂਦੀ ਹਾਂ। ਸਾਡੀ ਜਿਹੜੀ ਸੁਖਮਨ ਹੈ, ਇਹ ਪ੍ਰੀਤਮ ਨੂੰ ਪਿਆਰੀ ਹੋ ਜਾਂਦੀ, ਕਿਉਂਕਿ ਪ੍ਰਭੂ ਦਾ ਕਿਸੇ ਸਰੀਰ ਨਾਲ ਪਿਆਰ ਨਹੀਂ ਹੈ, ਉਸ ਦਾ ਪਿਆਰ ਜੋਤ ਦੇ ਨਾਲ ਹੈ। ਜੇ ਤਨ ਕਰਕੇ ਬਹੁਤ ਸੁੰਦਰ ਹਾਂ ਤਾਂ ਪ੍ਰਭੂ ਨੂੰ ਕੋਈ ਫਰਕ ਨਹੀਂ। ਜੇ ਤਨ ਕਰਕੇ ਅਸੀਂ ਭੱਦੇ ਹਾਂ, ਅਸੀਂ ਸੁੰਦਰ ਨਹੀਂ ਹਾਂ, ਸਾਡਾ ਕਰੂਪ ਹੈ, ਸਰੂਪ ਸੋਹਣਾ ਸਰੂਪ ਨਹੀਂ ਹੈ, ਪਰ ਜੋਤ ਸਾਡੀ ਨਿਰਮਲ ਹੈ, ਫਿਰ ਅਸੀਂ ਪ੍ਰਭੂ ਨੂੰ ਸਾਡੀ ਜੋਤ ਪਾਉਂਦੀ ਹੈ। ਇਸ ਕਰਕੇ ਰੂਪ ਦੇ ਨਾਲ ਨਹੀਂ, ਰੂਪਵੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਜੋਤ ਦੇ ਨਾਲ ਪਿਆਰ ਹੈ। ਇਸ ਕਰਕੇ ਸਮਝਾਉਂਦੇ ਨੇ ਵੀ ਜੇ ਅਸੀਂ ਨਿਮਾਣੀ ਹੋ ਕੇ, ਨਿਮਾਣੀ ਹੋਣਾ ਕੀ ਹੈ ਕਿ ਧਿਆਨ ਨੀਚੇ ਰੱਖਣਾ, ਕੁਛ ਹੋਰ ਨਹੀਂ, ਲੋਕਾਂ ਦੇ ਪੈਰੀ ਹੱਥ ਨਹੀਂ ਲਾਉਂਦੇ ਫਿਰਨਾ, ਹੋਰ ਨਹੀਂ ਕੁਛ ਵੀ ਕਰਨਾ, ਸਿਰਫ ਆਪਣੇ ਨੇਤਰਾਂ ਨੂੰ ਨੀਵਾਂ ਰੱਖਣਾ ਹੈ। ਇਹ ਨਿਮਾਣਾ ਹੋਣਾ ਹੈ, ਇਹ ਸੇਵ ਕਮਾਉਣੀ ਹੈ। ਹੋਏ ਨਿਮਾਣੀ ਸੇਵ ਕਮਾਵੈ, ਤਾਂ ਪ੍ਰੀਤਮ ਹੋਵੇ ਮਨ ਪਿਆਰੀ, ਤਾਂ ਫਿਰ ਅਸੀਂ ਪ੍ਰੀਤਮ ਨੂੰ ਪਿਆਰੀ ਹੋ ਜਾਵਾਂਗੇ। ਚਰਨ ਪਖਾਰ ਕਰੋ ਗੁਰ ਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ। ਚਰਨ ਗੁਰ ਦਾ ਬਚਨ, ਗੁਰ ਦੇ ਬਚਨ ਨੂੰ ਮਨ ਦੇ ਵਿੱਚ ਵਸਾ ਕੇ ਫਿਰ ਗੁਰ ਦੀ ਸੇਵਾ ਕਰਾਂਗੇ। ਫਿਰ ਉਹਦੇ ਨਾਲ ਕੀ ਹੋਏਗਾ ਕਿ ਆਤਮ ਸੁਧ ਹੋ ਜਾਏਗੀ। ਜਿਹੜੀ ਬਿਖ ਹੈ, ਇਹ ਤਿਆਸ ਹੈ, ਤ੍ਰੈ ਗੁਣਾਂ ਦੀ ਮਾਇਆ ਦੀ ਬਿਖ ਹੈ, ਇਹ ਇਸ ਤੋਂ ਛੁਟਕਾਰਾ ਹੋ ਜਾਏਗਾ, ਇਸ ਤੋਂ ਨਿਵੇਰਾ ਹੋ ਜਾਏਗਾ, ਇਸ ਤੋਂ ਅਸੀਂ ਨਿਰਲੇਪ ਹੋ ਜਾਵਾਂਗੇ। ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੈ ਸੋਭਾ ਹਰਦੁਆਰੀ। ਜਿਹੜੇ ਪ੍ਰਭੂ ਦੇ ਦਾਸ ਨੇ, ਸਾਧੂ ਜਨ, ਉਹਨਾਂ ਦਾਸਾਂ ਦੀ ਦਾਸਰੀ ਹੋ ਜਾਵਾਂਗੇ। ਦਾਸਰੀ ਹੋਣਾ ਕੀ ਹੈ? ਕੋਈ ਉਸ ਦੇ ਸਰੀਰਕ ਸੇਵਾ ਨਹੀਂ ਕਰਨੀ, ਕੋਈ ਉਸ ਦੇ ਘਰ ਦੇ ਵਿੱਚ ਕਾਰਜ ਨਹੀਂ ਕਰਨੇ, ਸਿਰਫ ਉਸ ਵੱਲੋਂ ਜਿਹੜਾ ਦਿੱਤਾ ਬਚਨ ਹੈ, ਉਸ ਬਚਨ ਨੂੰ ਕਮਾਉਣਾ ਹੈ, ਕੋਈ ਸੇਵਾ ਹੈ। ਦਾਸਾਂ ਦੀ ਸੇਵਾ ਕੋਈ ਇਹ ਨਹੀਂ ਕਿ ਜਾ ਕੇ ਉਸ ਦੇ ਸਰੀਰ ਸੰਸਾਰਿਕ ਕੰਮ ਕਰੋ, ਕੋਈ ਜਾਂ ਉਸ ਨੂੰ ਪ੍ਰਸ਼ਾਦੇ ਛਕਾਓ, ਉਸ ਨੂੰ ਕੱਪੜੇ ਦਿਓ, ਉਸ ਨੂੰ ਮਾਇਆ ਦਿਓ, ਐਸਾ ਨਹੀਂ ਹੈ। ਦਾਸ ਦੀ ਸੇਵਾ ਕੀ ਹੈ ਕਿ ਉਹ ਸਾਨੂੰ ਬਚਨ ਦੇਣਗੇ, ਇੱਕ ਵਿਧੀ ਦੱਸਣਗੇ, ਗੁਰ ਦੇਣਗੇ, ਉਸ ਨੂੰ ਕਮਾਉਣਾ, ਨਾਮ ਨੂੰ ਧਿਆਉਣਾ ਹੀ ਉਸ ਦੇ ਦਾਸਾਂ ਦੀ ਸੇਵਾ ਹੈ। ਜੇ ਅਸੀਂ ਉਸ ਦੇ ਬਚਨਾਂ ਨੂੰ ਕਮਾਉਂਦੇ ਹਾਂ, ਫਿਰ ਸਾਡੀ ਸੋਭਾ ਕਿੱਥੇ ਪ੍ਰਾਪਤ ਹੋਏਗੀ? ਸਾਨੂੰ ਹਰੀ ਦੇ ਦੁਆਰ 'ਤੇ। ਤਾਂ ਪਾਵੈ ਸੋਭਾ ਹਰਦੁਆਰੀ। ਇਹੀ ਆਚਾਰ, ਇਹੀ ਵਿਵਹਾਰਾ, ਇਹੀ ਆਚਾਰ ਹੈ, ਇਹੀ ਵਿਵਹਾਰਾ ਹੈ। ਆਗਿਆ ਮਾਨ ਭਗਤ ਹੋਏ ਤੁਮਾਰੀ। ਸਾਧੂ ਜਨਾਂ ਦੀ ਆਗਿਆ ਨੂੰ ਮੰਨਣਾ ਹੈ, ਇਹ ਉਹਨਾਂ ਦੀ ਆਗਿਆ ਮੰਨਣੀ, ਇਹੀ ਪ੍ਰਭੂ ਦੀ ਫਿਰ ਭਗਤੀ ਹੈ। ਇਹ ਪ੍ਰਭੂ ਦੀ ਭਗਤੀ ਤਾਂ ਹੀ ਹੁੰਦੀ ਹੈ ਜੇ ਅਸੀਂ ਉਹਦੇ ਦਿਨਾਂ ਦਾ ਬਚਨਾਂ ਨੂੰ ਮੰਨਦੇ ਹਾਂ, ਆਗਿਆ ਨੂੰ ਮੰਨਦੇ ਹਾਂ। ਪ੍ਰਭੂ ਕੀ ਆਗਿਆ ਆਤਮ ਹਿਤਾਵੈ। ਪ੍ਰਭੂ ਦੀ ਆਗਿਆ ਨੂੰ ਆਤਮ ਦੇ ਵਿੱਚ ਵਸਾ ਲੈਂਦੇ ਹਾਂ, ਮਨ ਦੇ ਵਿੱਚ ਵਸਾ ਲੈਂਦੇ ਹਾਂ, ਫਿਰ ਹੀ ਭਗਤੀ ਹੈ। ਜੋ ਇਹ ਮੰਤਰ ਕਮਾਵੈ ਨਾਨਕ, ਸੋ ਭਉ ਜਲ ਪਾਰ ਉਤਾਰੀ।
ਜਿਹੜਾ ਜੀਵ ਆਪ ਇਸ ਮੰਤਰ ਨੂੰ ਕਮਾ ਲੈਂਦਾ ਹੈ ਸਾਧੂ ਜਨਾਂ ਤੋਂ ਲੈ ਕੇ, ਉਹੀ ਫਿਰ ਦੂਜਿਆਂ ਨੂੰ ਭਵਸਾਗਰ ਤੋਂ ਪਾਰ ਕਰਦਾ ਹੈ। ਕਿਉਂਕਿ ਆਪ ਤਰਿਆ ਪਹਿਲਾਂ ਗੁਰ ਦੇ ਗਿਆਨ ਦੁਆਰਾ, ਫਿਰ ਗੁਰ ਦਾ ਗਿਆਨ ਦੇ ਕੇ ਹੀ ਦੂਜਿਆਂ ਨੂੰ ਤਰਦਾ ਹੈ। ਇਸ ਕਰਕੇ ਜਿਹਨੇ ਆਪ ਕਮਾਇਆ ਉਹ ਦੂਜਿਆਂ ਨੂੰ ਦੱਸਦਾ ਹੈ, ਫਿਰ ਉਹਨਾਂ ਬਚਨਾਂ ਨੂੰ ਸੁਣ ਕੇ ਫਿਰ ਉਦਾਰ ਹੁੰਦਾ ਹੈ। ਪਰ ਆਪਣੀ ਮੱਤ ਛੱਡਣੀ ਹੁੰਦੀ ਹੈ, ਕਿਉਂਕਿ ਗੁਰ ਦੇ ਬਚਨ ਕਮਾਉਣ ਦੇ ਨਾਲ ਆਪਣੀ ਮੱਤ ਜਿਹੜੀ ਦੁਰਮਤ ਉਹ ਛੁੱਟ ਜਾਂਦੀ ਹੈ ਅਤੇ ਨਿਮਾਣੇ ਹੋ ਕੇ ਚੱਲਣਾ ਹੈ। ਫਿਰ ਜਿਹੜੀ ਸਾਡੀ ਸੁਖਮਨ ਹੈ ਉਹ ਸੁਖ ਪ੍ਰਾਪਤ ਕਰਦੀ ਹੈ। ਕਿਵੇਂ ਕਰਦੀ ਹੈ ਕਿ ਉਹ ਪ੍ਰਭੂ ਸਮਾ ਜਾਂਦੀ, ਪ੍ਰਭੂ ਉਹਦੇ ਸਮਾ ਜਾਂਦਾ ਹੈ, ਇੱਕ ਰੂਪ ਹੋ ਜਾਂਦੇ ਹਨ। ਆਓ ਅਗਲਾ ਸ਼ਬਦ ਹੈ ਫਿਰ ਆਸਾ ਮਹੱਲਾ ਪੰਜਵਾਂ ਦੁਪਦੇ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ ਦੁਪਦੇ ਨੇ, ਜਿਵੇਂ ਚੌਪਦੇ ਪੰਜਪਦੇ ऐसे दुपदे हैं। और रहो पंक्तियां ने जो आप हराए रास की बाणी च रोज पढ़ते हाँ। सरंजाम लाग पवजल तरनक है के सरंजाम, सरंजाम हुंदा है तरीका, विधि, जुगती, गुर भी वो ला के भवजल नूं तरना है। वो तरीका लेना है, सीखना है तो भवजागर नूं पार करना है। सरंजाम लाग भवजल तरनक है भी उहदे नाल भवजल नूं तर जावांगे। जन्म बिरथा जात रंग माया कै, जे असीं गुर दा ज्ञान नहीं लैंदे ते गुर दे बचनां नूं कमाउंदे नहीं, भवसागर नूं नहीं तर सकते। जे माया तक सीमित रवांगे फिर साडा जन्म व्यर्थ चले जाएगा, क्योंकि माया कित्थे तक है, जो अखर ने जो दिसदा है सब माया ही है। जिहड़ी वो विधि है वो ध्यान की विधि है, जो नेत्रां दे विच ज्ञान दा सुरमा पाया जाता है, जिहदे द्वारा आपां भवसागर नूं तरना है। उत्थे सुरती ने शब्द दा पिछा करके चलना है, शब्द ने गुरु बनना, सुरती ने चेला बनना है। इस करके उत्थे संसारिक अखर संसार दा कुछ भी नहीं है। इस करके सानू समझाउंदे ने कि जे असी माया तक ही रहे, माया सारी माया ही है। जे माया नाल जुड़े रहे, चाहे अखर ने चाहे वेद शास्त्र ने, कुछ भी ये माया ही है, फिर साडा जन्म व्यर्थ चले जाएगा। इस करके असी तरीका जुगती लैनी है कि मैं भवसागर नूं पार करना है। ये रहो पंक्तियां ने शब्दियां। आओ शब्द शुरू करते हाँ। भई प्राप्त मनुख दिहुरिया, भी मनुखा दिहुरी तैनू प्राप्त हो गई है। गोबिंद मिलन की यह तेरी बरिया, ये क्यों मिली है? मनुखा दे ही गोबिंद नूं मिलण दी एक बारी मिली है, एक मौका मिलिया है। मनुखा जन्म जिहड़ा है, अवर काज तेरा किते ना काम, होर कीते जिन्ने भी काज ने वो इहदे कम नहीं आउणे। मिल साध संगत भज केवल नाम, इस करके साध संगत जाके सिर्फ नाम नूं भजना है, नाम नूं त्याउणा है, क्योंकि नाम ही असली साडा सच्चा तन है। नाम ही त्याउणा साधु जना संत जना की सेवा है। जप तप संजम धर्म न कमाया। हुण जीव जेड़े कौन आउंदा है, ये सिखदा कौन है? जिसनूं ये सोझी हो जाती है कि ना तो मैं कदे जप किया, ना मैं तप किया, ना मैं संजम किया, ना मैं कोई धर्म कमाया, ना सेवा साधना
ਨਾ ਸਾਧੂ ਜਨਾਂ ਦੀ ਸੇਵਾ ਕੀਤੀ ਅਤੇ ਨਾ ਹਰੀ ਨੂੰ ਜਾਣਿਆ। ਜਦੋਂ ਜੀਵ ਨੂੰ ਇਹ ਪਤਾ ਚੱਲਦਾ ਕਿ ਆਏ ਤਾਂ ਅਸੀਂ ਸੰਸਾਰ 'ਚ ਇਹ ਮਨੁੱਖਾਂ ਦੇ ਹੀ ਮਿਲੀ, ਗੋਬਿੰਦ ਨੂੰ ਮਿਲਣ ਵਾਸਤੇ ਮਿਲੀ। ਇੱਥੇ ਤਾਂ ਸਾਡਾ ਹੋਰ ਕੁਛ ਵੀ ਕੀਤਾ ਅੱਗੇ ਕੰਮ ਨਹੀਂ ਆਉਣਾ। ਪਰ ਜੀਵ ਦੇਖਦਾ ਵੀ ਮੈਂ ਤਾਂ ਐਸਾ ਕੁਛ ਕੀਤਾ ਹੀ ਨਹੀਂ। ਜਿਹੜਾ ਸੋਚਦਾ ਆਪਣੇ ਬਾਰੇ ਵਿਚਾਰਦਾ ਹੈ ਕਿ ਮੈਂ ਆਇਆ ਕੀ ਕਰਨ ਸੀ, ਪਰ ਆ ਕੇ ਮੈਂ ਤਾਂ ਕੀਤਾ ਹੀ ਨਹੀਂ ਹੈ। ਨਾ ਮੈਂ ਕੋਈ ਜਪ ਕੀਤਾ, ਨਾ ਤਪ ਕੀਤਾ, ਨਾ ਸੰਜਮ ਸਿੱਖਿਆ, ਨਾ ਕੋਈ ਧਰਮ ਦਾ ਕੰਮ ਕੀਤਾ, ਨਾ ਮੈਂ ਸਾਧੂ ਜਨਾਂ ਦੀ ਸੇਵਾ ਕੀਤੀ, ਨਾ ਮੈਂ ਪਰਮੇਸ਼ਰ ਨੂੰ ਜਾਣਿਆ। ਫਿਰ ਜੀਵ ਜਦੋਂ ਇਹ ਪਤਾ ਚੱਲਦਾ ਹੈ, ਫਿਰ ਉਸ ਦੇ ਅੰਦਰ ਕੀ ਆਉਂਦਾ ਹੈ ਕਿ ਮੇਰੇ ਕਰਮ ਤਾਂ ਨੀਚ ਨੇ। ਕਹੋ ਨਾਨਕ ਹਮ ਨੀਚ ਕਰਮਾਂ, ਵੀ ਮੈਂ ਤਾਂ ਨੀਚ ਕਰਮ ਕਰਦਾ ਹਾਂ, ਮੇਰੇ ਕਰਮ ਬੜੇ ਨੀਚ ਨੇ। ਮੈਂ ਤਾਂ ਕੀਤੇ ਨਹੀਂ ਜਿਸ ਕਰਮ ਕਰਨ ਵਾਸਤੇ ਆਇਆ ਹਾਂ। ਸ਼ਰਨ ਪਰੇ ਕੀ ਰੱਖੋ ਸ਼ਰਮਾ, ਵੀ ਹੁਣ ਤੇਰੀ ਸ਼ਰਨ 'ਚ ਆਏ ਹਾਂ, ਸਾਡੀ ਲਾਜ ਰੱਖੋ। ਸਾਨੂੰ ਵੀ ਉਹ ਗਿਆਨ ਦਿਓ, ਉਹ ਜੁਗਤੀ ਦਿਓ ਜਿਸ ਜੁਗਤੀ ਨਾਲ ਅਸੀਂ ਭਵ ਸਾਗਰ ਨੂੰ ਤਰ ਜਾਈਏ। ਆਓ ਅਗਲਾ ਫਿਰ ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਤੁਮਰੀ ਓਟ ਤੁਮਾਰੀ ਆਸਾ। ਹੇ ਪ੍ਰਭੂ, ਸ਼ਰਨ 'ਚ ਜਾ ਕੇ ਜਦੋਂ ਜੀਵ ਉਸ ਪ੍ਰਭੂ ਨਾਲ ਜੁੜ ਜਾਂਦਾ ਹੈ, ਪਰ ਜੁੜਦਾ ਕਦੋਂ ਹੈ? ਜਦੋਂ ਉਸਨੂੰ ਅਹਿਸਾਸ ਹੁੰਦਾ ਹੈ। ਕਿਉਂਕਿ ਆਮ ਜੀਵ ਆਪਾਂ ਦੇਖਦੇ ਹਾਂ, ਬਹੁਤ ਸਾਰੇ ਜੀਵ ਐਸੇ ਹੁੰਦੇ ਨੇ, ਉਹ ਕਹਿੰਦੇ ਅਸੀਂ ਕਦੇ ਕਿਸੇ ਦਾ ਮਾੜਾ ਹੀ ਨਹੀਂ ਕੀਤਾ, ਅਸੀਂ ਤਾਂ ਰੋਜ਼ ਨਿਤਨੇਮ ਵੀ ਕਰਦੇ ਹਾਂ, ਜਪ ਵੀ ਕਰਦੇ ਹਾਂ, ਅਸੀਂ ਕਿਸੇ ਦਾ ਮਾੜਾ ਹੀ ਨਹੀਂ ਕੀਤਾ, ਸਾਨੂੰ ਲੋੜ ਹੀ ਨਹੀਂ ਹੈ, ਬਸ ਅਸੀਂ ਇੰਨਾ ਕੁ ਕਰ ਲਿਆ। ਕਿਉਂਕਿ ਇੰਨੇ ਨਾਲ ਗੱਲ ਨਹੀਂ ਬਣਦੀ। ਜਦ ਤੱਕ ਅੱਗੇ ਇਹ ਕੁਛ ਵੀ ਕੰਮ ਨਹੀਂ ਆਉਣਾ। ਅੱਗੇ ਕੀ ਕੰਮ ਆਉਣਾ ਹੈ? ਕੇਵਲ ਨਾਮ। ਇਸ ਕਰਕੇ ਸਾਧ ਸੰਗਤ ਜਾ ਕੇ ਕੇਵਲ ਨਾਮ ਭਜਣਾ ਹੈ। ਇਸ ਕਰਕੇ ਫਿਰ ਜਿਹੜੇ ਜੀਵ ਨੂੰ ਗਿਆਨ ਹੁੰਦਾ ਹੈ, ਫਿਰ ਉਹ ਸ਼ਰਨ ਜਾਂਦੇ ਨੇ, ਫਿਰ ਪ੍ਰਭੂ ਦਾ ਮਿਲਾਪ ਹੁੰਦਾ ਹੈ, ਗਿਆਂ ਦੀ ਲਾਜ ਰੱਖਦਾ ਹੈ। ਫਿਰ ਜੀਵ ਪ੍ਰਭੂ ਨੂੰ ਮਿਲ ਕੇ ਫਿਰ ਜਿਹੜਾ ਉਸ ਨੂੰ ਗਿਆਨ ਹੋ ਜਾਂਦਾ, ਜਿਹੜੀ ਅਵਸਥਾ ਹੈ, ਫਿਰ ਉਹ ਕੀ ਕਰਦਾ ਹੈ? ਫਿਰ ਆਸ ਕਿਸ ਦੀ ਰੱਖਦਾ ਹੈ? ਪ੍ਰਭੂ ਦੀ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਫਿਰ ਪ੍ਰਭੂ ਦੇ ਸਨਮੁਖ ਹੋ ਕੇ ਫਿਰ ਉਸ ਦੇ ਅੱਗੇ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ, ਤੇਰੀ ਹੀ ਮੈਨੂੰ ਓਟ ਹੈ, ਤੇਰੀ ਹੀ ਮੈਂ ਆਸਾ ਰੱਖੀ ਹੈ ਮਨ ਦੇ ਵਿੱਚ। ਬੈਠਤ ਊਠਤ ਸੋਵਤ ਜਾਗਤ, ਮੈਂ ਬਹਿੰਦਾ ਉੱਠਦਾ ਸੋਵਦਾ ਜਾਗਦਾ। ਵਿਸਰ ਨਾਹੀਂ ਤੂੰ ਸਾਸ ਗਰਾਸਾ। ਹੇ ਪ੍ਰਭੂ, ਤੂੰ ਮੈਨੂੰ ਵਿਸਰ ਨਾ, ਕਿਉਂਕਿ ਮੈਂ ਹੁਣ ਤੇਰਾ ਹੀ ਓਟ ਆਸਰਾ ਰੱਖਿਆ ਹੈ, ਤੇਰੀ ਹੀ ਆਸਾ ਹੈ। ਇਸ ਕਰਕੇ ਚਾਹੇ ਮੈਂ ਉੱਠਦਾ ਹਾਂ, ਮੈਂ ਬੈਠਦਾ ਹਾਂ, ਮੈਂ ਸੌਂਦਾ ਹਾਂ, ਜਾਗਦਾ ਹਾਂ, ਪਰ ਤੂੰ ਮੈਨੂੰ ਹਰੇਕ ਸਵਾਸ ਗਰਾਸ ਵਿਸਰਨਾ। ਸਵਾਸ ਗਰਾਸ ਜਿੱਥੇ ਧਿਆਨ ਆਪਾਂ ਲਾਉਂਦੇ, ਕਿ ਧਿਆਨ ਕਿੱਥੇ ਜੁੜਿਆ ਰਹੇ? ਜਿੱਥੋਂ ਸਵਾਸ ਗਰਾਸ ਆਉਂਦੇ, ਫਿਰ ਸਾਨੂੰ ਚੇਤਾ ਰਹਿੰਦਾ ਹੈ ਪ੍ਰਭੂ ਦਾ, ਵੀ ਤੂੰ ਮੈਨੂੰ ਵਿਸਰਨਾ ਹੈ ਪ੍ਰਭੂ। ਇਹ ਰਹੋ ਪੰਕਤੀਆਂ ਨੇ। ਉਸ ਪ੍ਰਭੂ ਦੇ ਚਰਨਾਂ 'ਚ ਇਹ ਬੇਨਤੀ ਹੈ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਤੁਝ ਬਿਨ ਅਵਰ ਨਾਹੀਂ ਮੈਂ ਦੂਜਾ, ਤੂੰ ਮੇਰੇ ਮਨ ਮਾਹੀ। ਹੇ ਪ੍ਰਭੂ, ਤੇਰੇ ਤੋਂ ਬਿਨਾਂ ਮੈਨੂੰ ਕੋਈ ਹੋਰ ਦੂਜਾ ਨਹੀਂ ਹੈ। ਤੂੰ ਹੀ ਹੁਣ ਮੇਰੇ ਮਨ 'ਚ ਵਸਿਆ ਹੈ। ਪਰ ਵਸਿਆ ਕਦੋਂ? ਜਦੋਂ ਅਸੀਂ ਇਹ ਬੇਨਤੀ ਕੀਤੀ ਇੱਕ ਦੇ ਹੋ ਕੇ, ਵੀ ਪ੍ਰਭੂ ਹੁਣ ਸਾਨੂੰ ਵਿਸਰਨਾ ਤੂੰ, ਉੱਠਦੇ ਬਹਿੰਦੇ ਸੌਂਦੇ ਜਾਗਦੇ। ਕਿਉਂਕਿ ਇਹ ਨਹੀਂ ਕਿ ਪ੍ਰਭੂ ਅਰਦਾਸ ਨਹੀਂ ਸੁਣਦਾ, ਪ੍ਰਭੂ ਬਹੁਤ ਨੇੜੇ ਹੋ ਕੇ ਸੁਣਦਾ ਹੈ। ਪਰ ਜਦੋਂ ਅਸੀਂ ਉਹਦੇ ਸਨਮੁਖ ਹੋ ਕੇ ਗੁਰ ਦਾ ਗਿਆਨ ਲੈ ਕੇ ਕਰਦੇ ਹਾਂ, ਪਰ ਕੋਈ ਹੋਰ ਆਸਾ ਨਾ ਹੋਵੇ ਮਨ ਦੇ ਵਿੱਚ, ਸਿਰਫ ਇੱਕ ਹੀ ਆਸ ਹੋਵੇ, ਫਿਰ ਬਹੁਤ ਨੇੜੇ ਹੋ ਕੇ ਸੁਣਦਾ ਹੈ।
ਭੋਲੇ ਭਾਲੇ ਲੋਕਾਂ ਦੀ ਬਹੁਤ ਛੇਤੀ ਸੁਣ ਲੈਂਦਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਤੁਝ ਬਿਨ ਅਵਰ ਨਾਹੀ ਮੈਂ ਦੂਜਾ, ਤੂੰ ਮੇਰੇ ਮਨ ਮਾਹੀ, ਤੂੰ ਸਾਜਨ ਸੰਗੀ ਪ੍ਰਭ ਮੇਰਾ। ਵੀ ਹੁਣ ਤਾਂ ਸੱਜਣ ਵੀ ਤੂੰ, ਸੰਗੀ ਵੀ ਮੇਰਾ ਤੂੰ ਹੀ ਹੈ। ਕਾਹੇ ਜੀ ਡਰਾਹੀ, ਹੁਣ ਕਿਉਂ ਮੇਰਾ ਮਨ ਡਰੇਗਾ? ਹੁਣ ਤਾਂ ਮਨ ਨੂੰ ਡਰ ਹੀ ਨਹੀਂ ਹੈ, ਕਿਉਂਕਿ ਆਸਰਾ ਤੇਰਾ ਰੱਖਿਆ ਹੈ। ਤੂੰ ਇਹਨੂੰ ਮਿੱਤਰ ਬਣਾ ਲਿਆ, ਤੂੰ ਹੀ ਮੇਰਾ ਸੰਗੀ ਹੈ। ਤੇਰੇ ਬਿਨਾਂ ਦੂਜਾ ਮੇਰੇ ਮਨ ਵਿੱਚ ਹੈ ਹੀ ਨਹੀਂ ਕੋਈ। ਇਸ ਕਰਕੇ ਹੁਣ ਮਨ ਨਿਰਭਉ ਹੋ ਗਿਆ ਹੈ। ਮੈਂ ਪ੍ਰਭੂ ਨਿਰਭਉ ਹੈ। ਨਿਰਭਉ ਨੂੰ ਤਿਆਗ ਕੇ ਨਿਰਭਉ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਜਮ ਤੇ ਛੁਟੈ। ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਪ੍ਰਭੂ ਦੀ ਕਿਰਪਾ ਦੇ ਨਾਲ ਛੁੱਟ ਜਾਂਦਾ ਹੈ। ਰਾਖ ਰਾਖ ਸੰਨ ਪ੍ਰਭ ਆਪਣੀ, ਅਗਨ ਸਾਗਰ ਵਿਕਰਾਲਾ। ਫਿਰ ਜਿਹੜੀ ਅਗਨ ਸਾਗਰ ਹੈ, ਇਹ ਵਿਕਾਰਾਂ ਦਾ ਸੰਸਾਰ ਹੈ ਜਿਹੜਾ, ਇਸ ਦੇ ਵਿੱਚੋਂ ਫਿਰ ਪ੍ਰਭੂ ਆਪ ਸਾਨੂੰ ਰੱਖਦਾ ਹੈ ਜਦੋਂ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ। ਰਾਖ ਰਾਖ ਸੰਨ ਪ੍ਰਭ ਆਪਣੀ, ਅਗਨ ਸਾਗਰ ਵਿਕਰਾਲਾ। ਨਾਨਕ ਕੇ ਸੁਖ ਦਾਤੇ ਸਤਿਗੁਰ, ਹਮ ਤੁਮਰੇ ਬਾਲ ਗੋਪਾਲਾ। ਹੇ ਪ੍ਰਭੂ, ਹੇ ਨਾਨਕ ਦੇ ਸੁੱਖਾਂ ਦੇ ਦਾਤੇ, ਹੇ ਸਤਿਗੁਰ, ਅਸੀਂ ਤੇਰੇ ਬਾਲ ਹਾਂ, ਬੱਚੇ ਹਾਂ। ਤੂੰ ਸਾਡਾ ਪਾਲਣਹਾਰ ਹੈ, ਤੂੰ ਸਾਨੂੰ ਜੀਵਾਲਣਹਾਰ ਹੈ, ਤੂੰ ਗੋਪਾਲ ਹੈ। ਇਸ ਕਰਕੇ ਤੇਰੀ ਸ਼ਰਨ ਚ ਆਏ ਹਾਂ। ਹੇ ਪ੍ਰਭੂ, ਸਾਨੂੰ ਇਸ ਅਗਨ ਸਾਗਰ ਤੋਂ, ਵਿਕਰਾਲਾਂ ਤੋਂ ਰੱਖ ਲੈ। ਜਦੋਂ ਫਿਰ ਉਹਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਤੇ ਫਿਰ ਸਾਨੂੰ ਉਹ ਵਿਘਨ ਨਹੀਂ ਲੱਗਣ ਦਿੰਦਾ। ਫਿਰ ਸਾਡੇ ਮਨ ਦਾ ਡਰ ਦੂਰ ਕਰ ਦਿੰਦਾ ਹੈ, ਕਿਉਂਕਿ ਪ੍ਰਗਟ ਹੋ ਜਾਂਦਾ ਹੈ, ਮਨ ਵਿੱਚ ਵਸ ਜਾਂਦਾ ਹੈ। ਆਸਾ ਮਹੱਲਾ ਪੰਜਵਾਂ ਦਾ ਸ਼ਬਦ ਹੈ ਅਗਲਾ। ਫਿਰ ਆਸਾ ਰਾਗ ਦੇ ਵਿੱਚ ਮਹੱਲਾ ਪੰਜਵਾਂ। ਫਿਰ ਉਹ ਪੰਕਤੀਆਂ ਨੇ ਸ਼ੁਰੂ ਦੇ ਵਿੱਚ ਹੀ ਨੇ, ਪਹਿਲਾਂ ਹੀ। ਹਰ ਜਨ ਲੀਨੇ ਪ੍ਰਭੂ ਛੜਾਏ। ਕਹਿੰਦੇ ਹਰੀ ਜਨ, ਆਪ ਪ੍ਰਭੂ ਉਹਨਾਂ ਨੂੰ ਛਡਾ ਲੈਂਦਾ ਹੈ। ਜਿਨ੍ਹਾਂ 'ਤੇ ਖੁਸ਼ ਹੁੰਦਾ ਉਹਨਾਂ ਨੂੰ ਆਪ ਛਡਾ ਲੈਂਦਾ ਹੈ। ਕਿੱਥੋਂ? ਇਹਨਾਂ ਬੰਧਨਾਂ 'ਚੋਂ, ਜਿਹੜੇ ਬੰਧਨ ਨੇ ਸੰਸਾਰ ਨੂੰ। ਜਿੰਨੇ ਵੀ ਆਪਾਂ ਕਰਮ ਧਰਮ ਪਖੰਡ ਕਰਦੇ ਹਾਂ, ਸਭ ਬੰਧਨ ਹੀ ਨੇ ਮਨ ਦੇ। ਇਹਨਾਂ ਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ ਬੰਧ ਲੈਂਦੇ ਹਾਂ, ਕਿਉਂਕਿ ਆਜ਼ਾਦ ਹੋਣਾ ਹੈ, ਸਿਰਫ ਨਾਮ ਨੂੰ ਧਿਆਉਣਾ ਹੈ, ਜਿਸ ਨੂੰ ਆਪਾਂ ਹਰ ਸਮੇਂ ਧਿਆ ਸਕਦੇ ਹਾਂ। ਜਿੱਥੇ ਮਰਜ਼ੀ ਬੈਠੇ, ਜਿਹੋ ਜਿਹਾ ਮਰਜ਼ੀ ਕਰਮ ਕਰਦੇ, ਧਿਆ ਸਕਦੇ ਹਾਂ। ਪ੍ਰਭੂ ਆਪਣੇ ਜਨਾਂ ਨੂੰ ਛਡਾ ਲੈਂਦਾ ਹੈ। ਪ੍ਰੀਤਮ ਸਿਓ ਮੇਰੋ ਮਨ ਮਾਨਿਆ, ਤਾਪ ਮੁਆ ਬਿਖ ਖਾਏ। ਕਹਿੰਦੇ ਪ੍ਰਭੂ ਨੇ ਆਪ ਹੀ ਛਡਾ ਲਿਆ। ਕਦੋਂ? ਪ੍ਰੀਤਮ ਸਿਓ ਮੇਰੋ ਮਨ ਮਾਨਿਆ, ਜਦੋਂ ਪ੍ਰੀਤਮ ਦੇ ਨਾਲ ਮੇਰਾ ਮਨ ਮੰਨ ਗਿਆ। ਤਾਪ ਮੁਆ ਬਿਖ ਖਾਏ। ਜਿਹੜਾ ਇਹ ਤਾਪ ਚੜਿਆ ਸੀ ਤ੍ਰੈ ਗੁਣ ਮਾਇਆ ਦਾ, ਬਿਖ ਦਾ, ਇਹ ਫਿਰ ਖਤਮ ਹੋ ਜਾਂਦਾ ਹੈ ਜਦੋਂ ਪ੍ਰਭੂ ਦੇ ਨਾਲ ਮਨ ਮੰਨ ਜਾਂਦਾ ਹੈ। ਫਿਰ ਆਪ ਪ੍ਰਭੂ ਸਾਨੂੰ ਛਡਾ ਲੈਂਦਾ ਹੈ। ਜਿਨ੍ਹਾਂ ਦਾ ਗੁਰ ਦਾ ਗਿਆਨ ਲੈ ਕੇ ਸੁਣ ਕੇ ਮੰਨ ਲੈਂਦੇ, ਉਹਨਾਂ ਨੂੰ ਆਪ ਛਡਾ ਲੈਂਦਾ ਹੈ। ਜਿਹੜੇ ਸੁਣ ਤਾਂ ਲੈਂਦੇ, ਮੰਨਦੇ ਨਹੀਂ, ਕਮਾਉਂਦੇ ਨਹੀਂ, ਅਤੇ ਉਹ ਫਿਰ ਬੰਧਨਾਂ 'ਚੋਂ ਨਹੀਂ ਨਿਕਲ ਸਕਦੇ। ਉਹਨਾਂ ਨੂੰ ਬੰਧਨ ਪੈ ਰਹਿੰਦੇ ਨੇ। ਪਾਲਾ ਤਾਊ ਕਛੂ ਨਾ ਵਿਆਪੈ, ਰਾਮ ਨਾਮ ਗੁਣ ਗਾਏ। ਹੁਣ ਕੋਈ ਡਰ, ਕੋਈ ਭੈ, ਕੁਛ ਵੀ ਮਨ ਨੂੰ ਨਹੀਂ ਵਿਆਪਦਾ। ਅਤੇ ਹੁਣ ਰਾਮ ਨਾਮ ਦੇ ਗੁਣ ਵੀ ਗਾਉਂਦੇ ਹਾਂ, ਕਿਉਂਕਿ ਆਪ ਆਪਣੇ ਜਨਾਂ ਨੂੰ ਛਡਾ ਲੈਂਦਾ ਹੈ। ਆਪ ਇਹ ਖਜ਼ਾਨਾ ਬਖਸ਼ ਦਿੰਦਾ ਹੈ ਗੁਣਾਂ ਦਾ। ਫਿਰ ਇਹ ਤ੍ਰੈ ਗੁਣਾਂ ਦੀਆਂ ਵਿਚਾਰਾਂ ਨਹੀਂ, ਫਿਰ ਨਾਮ ਦੀ ਵਿਚਾਰ, ਪ੍ਰਭੂ ਦੇ ਗੁਣ ਗਾਉਂਦੇ ਹਾਂ। ਤਾਂ ਹੀ ਗਾਉਂਦਾ ਹੈ ਜੇ ਪ੍ਰਭੂ ਸਾਨੂੰ ਲਾਉਂਦਾ ਹੈ।
इस करके संसार है सिर्फ त्रैगुणी विचारां करदा है, त्रैगुणी गल्लां करदा है, संसार दीयां ਉਹ ਗੱਲਾਂ ਕਰਦਾ ਹੈ ਜੋ ਕਿਸੇ ਸਮੇਂ ਹੈ ਸੀ ਅੱਜ ਨਹੀਂ। ਪਰ ਜਿਨ੍ਹਾਂ ਨੂੰ ਇਹਨਾਂ ਬੰਧਨਾਂ ਛੁਡਾ ਲੈਂਦਾ ਹੈ ਉਹ ਫਿਰ ਪ੍ਰਭੂ ਦੇ ਗੁਣ ਗਾਉਂਦਾ ਹੈ, ਜਿਨ੍ਹਾਂ ਨੂੰ ਆਪਾਂ ਹਰੀ ਦੇ ਜਨ ਵੀ ਕਹਿ ਦਿੰਦੇ ਹਾਂ। ਜਿੱਥੇ ਸਾਨੂੰ ਹਰੀ ਦੇ ਜਨਾਂ ਦੀ ਅਵਸਥਾ ਵੀ ਆਪਾਂ ਰੋਜ਼ ਪੜ੍ਹਦੇ ਹਾਂ ਕਿ ਪ੍ਰਭੂ ਦੇ ਨਾਲ ਇੱਕ ਮਿੱਕ ਹੀ ਹੁੰਦੇ ਨੇ। ਹਰ ਜਨ ਪ੍ਰਭ ਏਕ ਹੈ, ਤੇ ਹਰੀ ਦੇ ਜਨ ਕਿ ਇੱਕੋ ਹੀ ਹੁੰਦੇ ਨੇ। ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਿਛ ਨਾਹੀਂ। ਜਲ ਤੇ ਉਪਜ ਤਰੰਗ ਜੋ ਜਲ ਹੀ ਬਿਖ ਹੈ ਸਮਾਹੇ। ਕਿੰਨਾ ਕੁ ਫਰਕ ਹੁੰਦਾ ਹੈ, ਜਲ ਦੇ ਵਿੱਚੋਂ ਤਰੰਗ ਉੱਠਦੀ ਫਿਰ ਸਮਾਉਂਦੀ ਹੈ। ਇੱਦਾਂ ਹਰੀ ਦੇ ਜਨ ਉਸੇ ਵਿੱਚ ਹੀ ਨੇ, ਉਸ ਤੋਂ ਉੱਠਦੇ ਨੇ ਤਰੰਗ ਦੀ ਤਰ੍ਹਾਂ ਫਿਰ ਸਮਾਉਂਦੇ ਨੇ। ਡਾਕੀ ਕੋ ਚਿਤ ਕਛੂ ਨਾ ਲਾਗੈ, ਚਰਨ ਕਮਲ ਸਰਨਾਏ। ਹੁਣ ਪ੍ਰਭੂ ਦੇ ਚਰਨ ਕਮਲਾਂ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ, ਫਿਰ ਇਹ ਜੇ ਸਾਨੂੰ ਮਾਇਆ ਲੁੱਟਦੀ ਹੈ, ਤ੍ਰੈਗੁਣ ਮਾਇਆ ਹੈ ਜਿਹੜੀ, ਇਹਦੇ ਵਿੱਚ ਫਿਰ ਮਨ ਨਹੀਂ ਲੱਗਦਾ, ਚਿੱਤ ਨਹੀਂ ਲੱਗਦਾ। ਸੰਤ ਪ੍ਰਸਾਦ ਪਏ ਕਿਰਪਾਲਾ ਹੋਏ ਆਪ ਸਹਾਏ। ਪਰ ਕਹਿੰਦੇ ਕਿਵੇਂ? ਸੰਤ ਪ੍ਰਸਾਦ, ਸੰਤਾਂ ਦੀ ਸ਼ਰਨ 'ਚ ਗਏ। ਸੰਤ ਸਾਨੂੰ ਗੁਰ ਦਿੰਦੇ ਨੇ, ਗਿਆਨ ਦਿੰਦੇ ਨੇ, ਨੇਤਰਾਂ 'ਚ ਗਿਆਨ ਦਾ ਸੁਰਮਾ ਪਾਉਂਦੇ ਨੇ, ਅਤੇ ਉਸ ਦੇ ਨਾਲ ਪ੍ਰਭੂ ਅਸੀਂ ਗਿਆਨ ਲੈ ਕੇ ਸੁਣ ਕੇ ਮੰਨ ਲੈਂਦੇ ਹਾਂ, ਅਤੇ ਪ੍ਰਭੂ ਫਿਰ ਖੁਸ਼ ਹੋ ਜਾਂਦਾ ਹੈ। ਆਪ ਫਿਰ ਸਾਡਾ ਸਹਾਈ ਹੋ ਜਾਂਦਾ ਹੈ। ਗੁਣ ਨਿਧਾਨ ਨਿਤ ਗਾਵੇ ਨਾਨਕ, ਸਹਿਸਾ ਦੁੱਖ ਮਿਟਾਏ। ਗੁਣਾਂ ਦਾ ਖਜ਼ਾਨਾ ਨਾਨਕ ਗਾਉਂਦਾ ਹੈ ਰੋਜ਼, ਕਿਉਂਕਿ ਦਿੱਤਾ ਹੈ ਮਾਲਕ ਨੇ। ਗੁਣਾਂ ਨੂੰ ਕੌਣ ਗਾਉਂਦਾ ਹੈ? ਜਿਸ ਨੂੰ ਆਪ ਮਾਲਕ ਖਜ਼ਾਨਾ ਦਿੰਦਾ ਹੈ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਤਾਰੀ। ਜਿਸ ਨੂੰ ਆਪ ਕਿਰਪਾ ਧਰਦਾ ਹੈ, ਆਪ ਗਿਆਨ ਦਿੰਦਾ ਹੈ, ਉਹਦੇ ਗੁਣ ਗਾਉਂਦਾ ਹੈ। ਅਤੇ ਸਮਝਾਉਂਦੇ ਨੇ, ਕਹਿੰਦੇ ਸਹਿਸਾ ਦੁੱਖ ਮਿਟਾਏ। ਜਿਹੜਾ ਸਹਿਸਾ ਪਰਮ ਸਭ ਤੋਂ ਵੱਡਾ ਦੁੱਖ ਲੱਗਿਆ ਹੈ, ਪਰਮ ਪਿਆ ਹੈ ਮਨ ਨੂੰ, ਉਹ ਫਿਰ ਮਿਟ ਜਾਂਦਾ ਹੈ। ਪਹਿਲਾਂ ਆਪਣਾ ਮਿਟਿਆ, ਫਿਰ ਦੂਜਿਆਂ ਦਾ ਮਿਟਾਉਂਦਾ ਹੈ। ਕਿਉਂਕਿ ਫਿਰ ਸਾਡਾ ਵਾਸਾ ਕਿੱਥੇ ਹੋ ਜਾਂਦਾ ਹੈ? ਅਵੈ ਪਦ, ਪ੍ਰਕਾਸ਼ ਅਵੈ, ਚੌਥਾ ਪਦ। ਪਰ ਇਹ ਅਵਿਆਗਤ, ਜਿੱਥੇ ਜੀਵਨ ਨੂੰ ਅਵਿਆਗਤ ਵੀ ਕਹਿ ਦਿੰਦੇ ਹਾਂ, ਅਵੇ ਪਦ ਦੇ ਵਿੱਚ ਵਸਣ ਵਾਲੇ ਅਵਿਆਗਤ। ਪਰ ਸਾਨੂੰ ਸਮਝਾਉਂਦੇ ਨੇ ਵੀ ਜਿਨ੍ਹਾਂ ਦੇ ਮਨ ਦੇ ਵਿੱਚ ਭਰਮ ਹੈ, ਚਾਹੇ ਥੋੜ੍ਹਾ ਹੀ, ਉਹ ਅਵਿਆਗਤ ਨਹੀਂ। ਅਤੇ ਜਿਹੜਾ ਖੁਦ ਭਰਮ 'ਚ ਨੇ, ਉਹ ਦੂਜਿਆਂ ਨੂੰ ਵੀ ਭਰਮ 'ਚ ਪਾਉਣਗੇ। ਅਵਿਆਗਤ ਇਹ ਨਾ ਆਖੀ ਹੈ, ਜਿਨ ਕੈ ਮਨ ਮੈਂ ਭਰਮ, ਤਿਸ ਦੇ ਦਿੱਤੇ ਨਾਨਕਾ ਤਿਹੋ ਜਿਹਾ ਧਰਮ। ਕਹਿੰਦੇ ਉਹਦਾ ਅੱਗੇ ਦਿੱਤਾ ਹੋਇਆ ਧਰਮ ਵੀ ਉਹ ਜਿਹਾ ਹੋਏਗਾ ਜਿਹੜਾ ਖੁਦ ਭਰਮ 'ਚ ਹੈ। ਅਵੈ ਨਿਰੰਜਨ ਪਰਮ ਪਦ। ਅਵੈ ਕਿਸ ਨੂੰ ਕਿਹਾ ਹੈ? ਪਰਮ ਪਦ ਨੂੰ। ਨਿਰੰਜਨ ਜਿੱਥੇ ਮਾਲਕ ਹੈ, ਨਿਰੰਕਾਰ ਹੈ, ਪ੍ਰਕਾਸ਼ ਹੈ। ਤਾਂ ਕਾ ਭੀਖਕ ਹੋਏ। ਕਹਿੰਦੇ ਜੇ ਕੋਈ ਉੱਥੇ ਦਾ ਭੀਖਕ ਹੋਵੇ, ਮਾਇਆ ਦਾ ਨਹੀਂ, ਅਵੇ ਪਦ ਦਾ, ਪਰਮ ਪਦ ਦਾ। ਤਿਸ ਕਾ ਭੋਜਨ ਨਾਨਕਾ ਬਿਰਲਾ ਪਾਵੇ ਕੋਈ। ਫਿਰ ਉੱਥੇ ਦਾ ਭੋਜਨ ਭੀਖਕ ਹੋਏਗਾ ਜੀਵ ਕੋਈ, ਫਿਰ ਉਹ ਭੋਜਨ ਮਿਲਦਾ। ਵਿਰਲੇ ਵਿਰਲੇ ਹੁੰਦੇ ਨੇ ਜਿਹੜੇ ਉਹ ਭੋਜਨ ਪ੍ਰਾਪਤ ਕਰਦੇ ਨੇ। ਅਗਲਾ ਸ਼ਬਦ ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਤਾਪ ਗਿਆ ਬਚਨ ਗੁਰ ਪੂਰੇ। ਕਹਿੰਦੇ ਪੂਰੇ ਗੁਰ ਦੇ ਬਚਨ ਦੁਆਰਾ ਤਾਪ ਉਤਰ ਜਾਂਦਾ ਹੈ, ਤਾਪ ਚਲੇ ਗਿਆ। ਕਿਹੜਾ ਤਾਪ ਹੈ? ਤੀਨੇ ਤਾਪ ਜਿਹਨੂੰ ਆਪਾਂ ਕਹਿੰਦੇ ਹਾਂ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ,
ताको बिघन न को लागै जाकी प्रभ आज्ञा अरदास। जिहड़ा त्रै गुणां दा ताप चढ़िया है, रजोगुण तमोगुण सतोगुण, सारी माया है। राजगुण तमगुण सतगुण कहिए, राजगुण सतगुण तमगुण, राजगुण तमगुण सतगुण कहिए, यह तेरी सब माया, ये माया है। चौथे पद को जो नर चीनै तिन ही परम पद पाया। परम पद किनू प्राप्त होंदा है? जिथे आपां पहलां विचारिया है, परम पद दा भिखारी कि जिहड़े अपने अंदर दा ज्ञान लैंदे ने, चौथे पद नूं प्राप्त करना चाहुंदे ने, जोत दा ज्ञान लैंदे ने, वो फिर परम पद नूं प्राप्त करते हैं। उत्थे फिर त्रै गुणां दा ताप उतर जाता है पूरे गुर दे बचन द्वारा। ताप गया बचन गुर पूरे, आनंद पया सब मिटे विसूरे। कहते आनंद आ गया, आनंद आ गया, सारे परम सब चिंता मिट गई, क्योंकि प्रभु दे नाल मिलाप हो गया। त्रै गुणां दा ताप उतर गया मन दा। हुण मन की रह गया? मन वास्ते उठत बैठत सोस्त जागत, उठत बैठत सोबत आईए, मार्ग चलता हरे हर गाइए। हुण फिर सारे पासे परमेश्वर ही है, देखना ही उसकी भगती है। औखद खायो हर को नाम, कहते दवाई केड़ी लई जिहदे नाल ये दुख मिटे सारे ही? हरि दा नाम। सुख पाए दुख बिनस थाओ, सुख प्राप्त हो गए, दुखां दा था बिनस गया, क्योंकि त्रै गुणां दे विच दुख ने। त्रिलोकी दुखां दा घर है, इत्थे सुख नहीं हैं। सुख कित्थे है? चौथे पद विच, निज महल दे विच। निज कर महल पावो सुख सहजे, बौर ना होएगो फिर। लोक भी सुखी हो जाता, पर लोक भी सुखी हो जाता है। जी जानत सगल सुख पाया, पार ब्रह्म नानक मन त्याया। जदों पार ब्रह्म नूं मन दे विच त्याउंदे हां, दोनों ही, मन भी सुखी हो जाता, तन भी, जी भी ते जंत भी, दोनों ही सुखी हो जाते हैं। जी जानत सगल सुख पाया, आनंद प्राप्त हो जाता, मन भी आनंद विच आ जाता है, तन भी। किन्हां दा? पार ब्रह्म नानक मन त्याया। जिन्हां ने मन दे विच पार ब्रह्म नूं त्याउणा शुरू कर दिता है गुर दे बचन द्वारा, पूरे गुर दे बचन द्वारा। की अवस्था हो जाती है? आप ब्रह्म च वस जाते ने, पार ब्रह्म साडे च वस जाता है। ब्रह्म जन, जन में पार ब्रह्म, एक है आप नहीं किस परम, एक रूप हो जाते हैं। आओ अगला शब्द फिर आसा महला पंजवां। आसा राग दे विच महले पंजवें दा शब्द है। रहो पक्तियां ने ठंडी ताती मिट्टी खाई, ओ ना बाला बूढ़ा पाई। हुण किस दी गल कीती है? ठंडा तत्ता, इस पासा जिहड़ा साडा है, इधर ठंडा है, ये चंद्रमा है, इधर तत्ता है, सूरज है। दोनों दे विचाले एक खाई है। इस करके दोनों अड अड ने। जदों एक खाई खाई की हुंदी है? कोई उच्ची विच वट होवे, ਜਿਹੜੀ एक चीज़ नूं दो हिस्सिਆਂ 'ਚ ਵੰਡ देवे। इदां ही साडा इधर तत्ता है, इधर ठंडा है, विचाले खाई है। जदों एक खाई मिट जाती है, प्रकाश रूप हो जाता, क्योंकि इत्थे सुखमन प्रगट हो जाती है, ये खत्म हो जाता, इत्थे प्रकाश प्रगट हो जाता है। फिर वो जोत जिहड़ी है, शरीर बुढ़ा हुंदा है, वो सदा ही एक रूप है।
ਨਾ ਉਹ ਬਾਲਾ ਬੁੱਢਾ ਪਾਈ, ਨਾ ਉਹ ਬੱਚਾ ਹੈ, ਨਾ ਉਹ ਜਵਾਨ, ਨਾ ਬੁੱਢਾ। ਉਹ ਤਾਂ ਸਦਾ ਹੀ ਇੱਕ ਹੀ ਰੂਪ ਹੈ, ਪ੍ਰਕਾਸ਼ ਜੋਤ ਜਿਹੜੀ ਹੈ। ਪਰ ਜਦੋਂ ਇਹ ਮਿਟ ਜਾਵੇ, ਜਦ ਤੱਕ ਨਹੀਂ ਮਿਟਦੀ, ਇੱਕ ਪਾਸੇ ਗਰਮ ਹੈ, ਇੱਕ ਪਾਸੇ ਠੰਡਾ, ਧਿਆਨ ਇੱਧਰ ਚਲੇ ਗਿਆ, ਬੈਰ ਵਿਰੋਧ ਵੱਧਦਾ ਹੈ, ਇਸ ਪਾਸੇ ਚਲੇ ਗਿਆ, ਚਿੰਤਾਵਾਂ ਵੱਧਦੀਆਂ ਨੇ। ਅਤੇ ਅਸੀਂ ਤਨ ਤੱਕ ਸੀਮਤ ਹਾਂ, ਮਨ ਦਾ ਸਾਨੂੰ ਗਿਆਨ ਨਹੀਂ। ਅਤੇ ਦੇਖਦੇ ਹਾਂ ਕਿ ਬਚਪਨ ਬੀਤ ਗਿਆ, ਜਵਾਨੀ ਆ ਗਈ, ਜਵਾਨੀ ਵੀ ਬੀਤ ਗਈ, ਬੁਢਾਪਾ ਆ ਗਿਆ, ਹੁਣ ਤਾਂ ਮੌਤ ਆਉਣੀ ਹੈ, ਡਰ ਹੈ। ਲੇਕਿਨ ਜਦੋਂ ਫਿਰ ਮਨ ਜਾਗ ਪੈਂਦਾ ਹੈ, ਮਨ ਦਾ, ਕਿਉਂਕਿ ਮਨ ਕਦੇ ਜੰਮਦਾ ਮਰਦਾ ਨਹੀਂ ਹੈ, ਮਨ ਨੂੰ ਇੱਕ ਨਵਾਂ ਕੱਪੜਾ ਦੇ ਦਿੱਤਾ ਜਾਂਦਾ ਹੈ, ਇੱਕ ਨਵਾਂ ਸਰੀਰ ਮਿਲਦਾ ਹੈ। ਫਿਰ ਉਸ ਸਰੀਰ ਤੋਂ ਰਹਿਤ ਹੋ ਜਾਂਦਾ ਹੈ, ਫਿਰ ਅਮਰ ਪਦ ਵੀ ਪਾਉਂਦਾ ਹੈ। ਇਹੋ ਪੰਕਤੀਆਂ ਨੇ, ਮਨ ਦੀ ਗੱਲ ਹੈ। ਬਾਂਛਤ ਨਾਹੀਂ ਸੋ ਬੇਲਾ ਆਈ। ਹੁਣ ਸਮਝਾਉਂਦੇ ਨੇ ਕਿ ਭਾਈ ਬਾਂਛਤ ਹੁੰਦਾ ਕਿ ਕਿਸੇ ਚੀਜ਼ ਨੂੰ ਪ੍ਰਾਪਤ ਕਰਨਾ। ਕਹਿੰਦੇ ਹੁਣ ਵੇਲਾ ਹੈ ਮਨੁੱਖਾ ਜਨਮ ਦੇ ਵਿੱਚ, ਇਹ ਵਾਰੀ ਹੈ। ਹੁਣ ਉਸ ਨੂੰ ਬਾਂਛਦਾ ਨਹੀਂ, ਉਸ ਨੂੰ ਪ੍ਰਾਪਤ ਨਹੀਂ ਕਰਦਾ, ਉਸ ਦਾ ਗਿਆਨ ਨਹੀਂ ਲੈਂਦਾ, ਉਸ ਨੂੰ ਬੁੱਝਦਾ ਨਹੀਂ ਹੈ। ਬਿਨ ਹੁਕਮੈ ਕਿਉਂ ਬੁਝੈ ਬੁਝਾਈ। ਕਹਿੰਦੇ ਬਿਨ ਹੁਕਮੈ ਕਿਵੇਂ ਬੁਝੇਗਾ, ਕਿਵੇਂ ਉਸ ਨੂੰ ਬੁਝਾਏਗਾ ਪਰਮੇਸ਼ਰ। ਹੁਕਮ ਕੀ ਹੈ? ਗੁਰ ਨਾਮ। ਜਦ ਤੱਕ ਗੁਰ ਦਾ ਗਿਆਨ ਨਹੀਂ ਲੈਂਦੇ, ਉਸ ਗੁਰ ਨੂੰ ਬਾਂਛਦੇ ਨਹੀਂ ਜਿਸ ਦੇ ਵਾਸਤੇ ਮਨੁੱਖਾ ਦੇਹ ਮਿਲੀ ਹੈ, ਇਹ ਵੇਲਾ ਮਿਲਿਆ ਹੈ, ਆਪਾਂ ਬੁੱਝ ਨਹੀਂ ਸਕਦੇ। ਅਤੇ ਨਾ ਸਾਨੂੰ ਪ੍ਰਭੂ ਬੁਝਾਉਂਦਾ ਹੈ। ਕਿ ਕੌਣ ਨਹੀਂ ਬੁੱਝ, ਕਿਹਨੂੰ ਨਹੀਂ ਬੁੱਝ ਸਕਦੇ? ਨਾ ਤਾਂ ਅਸੀਂ ਆਪਣੇ ਆਪ ਨੂੰ ਬੁੱਝ ਸਕਦੇ, ਜਿਹੜਾ ਪ੍ਰਕਾਸ਼ ਹੈ, ਜਿਹੜਾ ਨਾ ਬਾਲਾ ਹੈ ਨਾ ਬੁੱਢਾ ਹੈ, ਜਿਹੜਾ ਸਦਾ ਹੀ ਇੱਕੋ ਰੂਪ ਦੇ ਵਿੱਚ ਹੈ। ਜਿਵੇਂ ਪਰਮੇਸ਼ਰ ਰੋਜ਼ ਨਵਾਂ ਹੈ, ਇੱਦਾਂ ਸਾਡੀ ਜੋਤ ਵੀ ਰੋਜ਼ ਨਵੀਂ ਹੈ, ਕਿਉਂਕਿ ਪੁਰਾਣੀ ਹੁੰਦੀ ਨਹੀਂ। ਸੱਚ ਪੁਰਾਣਾ ਨਾਥੀ ਹੈ, ਸੱਚ ਵੀ ਪੁਰਾਣਾ ਨਹੀਂ ਹੁੰਦਾ ਅਤੇ ਸਾਡੀ ਜੋਤ ਵੀ ਪੁਰਾਣੀ ਨਹੀਂ ਹੁੰਦੀ। ਪਰ ਬੁੱਝਾਂਗੇ ਤਾਂ ਹੀ ਜਦੋਂ ਬੁਝਾਏਗਾ ਗੁਰ ਦਾ ਗਿਆਨ ਲਵਾਂਗੇ। ਨਾਨਕ ਦਾਸ ਸਾਧ ਸਰਨਾਈ। ਸਮਝਾਉਂਦੇ ਨੇ ਕਿ ਸਾਧੂ ਦੀ ਸ਼ਰਨ ਦੇ ਵਿੱਚ ਜਦੋਂ ਅਸੀਂ ਦਾਸ ਬਣ ਕੇ ਸਾਧੂ ਦੀ ਸ਼ਰਨ ਵਿੱਚ ਜਾਂਦੇ ਹਾਂ, ਗੁਰ ਪ੍ਰਸਾਦ ਪਾਉ ਪਾਰ ਪਰਾਈ। ਸਾਧੂ ਜਨਾਂ ਦੇ ਕੋਲੋਂ ਫਿਰ ਸਾਨੂੰ ਗੁਰ ਦਾ ਗਿਆਨ ਮਿਲਦਾ ਹੈ। ਉਹਦੇ ਨਾਲ ਹੀ ਜਦੋਂ ਅਸੀਂ ਫਿਰ ਪਿਆਰ ਕਰਦੇ ਹਾਂ, ਫਿਰ ਡਰ ਭਵ ਸਾਗਰ ਪਾਰ ਹੋ ਜਾਂਦਾ ਹੈ। ਗੁਰ ਪ੍ਰਸਾਦ ਪਾਉ ਪਾਰ ਪਰਾਈ, ਇਹ ਭਵ ਸਾਗਰ ਪਾਰ ਹੋ ਜਾਂਦੇ ਹਾਂ। ਫਿਰ ਸਾਨੂੰ ਆਪੇ ਦਾ ਗਿਆਨ ਹੁੰਦਾ ਹੈ ਕਿ ਅਸੀਂ ਤਾਂ ਨਾ ਬੁੱਢੇ ਹਾਂ, ਨਾ ਅਸੀਂ ਬਾਲੇ ਹਾਂ, ਨਾ ਅਸੀਂ ਜੰਮਦੇ ਹਾਂ, ਨਾ ਅਸੀਂ ਮਰਦੇ ਹਾਂ। ਅਸੀਂ ਤਾਂ ਵਿਛੜੇ ਹੋਣ ਕਰਕੇ ਵਾਰ ਸਾਨੂੰ ਨਾਮਾ ਆਕਾਰ ਦੇ ਕੇ ਉਸ ਵਿੱਚ ਰੱਖ ਦਿੱਤਾ ਜਾਂਦਾ ਹੈ, ਬਿਠਾ ਦਿੱਤਾ ਜਾਂਦਾ ਹੈ, ਅਤੇ ਛੁੱਟ ਨਹੀਂ ਸਕਦੇ ਅਤੇ ਦੁੱਖ ਭੋਗਦੇ ਹਾਂ। ਸੋ ਪਿਆਰਿਓ, ਨਾਲ ਨਾਲ ਆਪਾਂ ਅਭਿਆਸ ਕਰੀਏ ਅਤੇ ਇਹ ਖਾਈ ਮਿਟ ਜਾਵੇ। ਸਭ ਤੋਂ ਬੜੀ ਚੀਜ਼ ਹੈ ਇਹ ਜਿਹੜੀ ਖਾਈ ਹੈ, ਦੋਨਾਂ ਦੇ, ਇੱਕ ਪਾਸੇ ਇੱਧਰ ਤੱਤਾ ਹੈ, ਇੱਧਰ ਠੰਡਾ ਹੈ, ਇਹ ਮਿਟ ਜਾਵੇ, ਫਿਰ ਪ੍ਰਕਾਸ਼ ਹੋ ਜਾਂਦਾ ਹੈ। ਉਹ ਪ੍ਰਕਾਸ਼ ਜੋਤ ਸਾਡੀ ਜਿਹੜੀ ਫਿਰ ਸਦਾ ਇੱਕੋ ਰੂਪ ਦੇ ਵਿੱਚ ਰਹਿੰਦੀ ਹੈ। ਕਿਵੇਂ ਮਿਟਦੀ ਹੈ? ਕਿਉਂਕਿ ਆਪਾਂ ਦੇਖਦੇ ਹਾਂ ਜਿਹੜੇ ਅਭਿਆਸੀ ਨੇ ਰੋਜ਼, ਉਹ ਆਪਣੇ ਉਸ ਰੂਪ ਨੂੰ ਦੇਖਦੇ ਹਨ ਜਿਹੜਾ ਕਦੇ ਬੁੱਢਾ ਨਹੀਂ ਹੁੰਦਾ, ਕਦੇ ਬਾਲਾ ਨਹੀਂ, ਕਦੇ ਪੁਰਾਣਾ ਨਹੀਂ, ਰੋਜ਼ ਇੱਕੋ ਸਥਿਰ ਅਵਸਥਾ ਦੇ ਵਿੱਚ ਹੈ। ਜੇਕਰ ਕੋਈ ਨਵਾਂ ਜੀਵ ਹੈ, ਉਸਨੇ ਵੀ ਇਹ ਸਮਝਣਾ ਹੈ ਕਿਵੇਂ ਇਹ ਮਿਟਦੀ ਹੈ। ਕਿਵੇਂ ਸਾਨੂੰ ਪਤਾ ਲੱਗੇ ਕਿ ਮਿਟੀ ਹੈ ਕਿ ਨਹੀਂ ਮਿਟੀ।
ये जिहड़ी खाई है दोनों के विचाले, सूरज है इधर चंद्रमा है, ठंडा है तता है। दोनों नूं इस पॉइंट ते आपां दृष्टि नूं इस पॉइंट ते लैके आउणा है, इत्थे फोकस करके देखना है। देखना है कि सानू अपना नक दिसदा है या नहीं। जेकर इत्थे दृष्टि फोकस करन नाल अपना नक नज़र आउंदा है, फिर असीं साडी खाई मिटी नहीं है, क्योंकि दोनों दे विचाले है। असीं अपनी जोत नूं नहीं देख सकते, उस रूप नूं नहीं देख सकते जिहड़ा ना बुढ़ा है ना बाला है। जेकर नक नज़र नहीं आउंदा फिर वो खाई तो मिट गई, लेकिन हाले निर्मल नहीं हुई जब तक असीं गुर दा ज्ञान लैके ते आउंदे नहीं। ते जिहड़े कमाउंदे ने ते आउंदे ने रोज़, वो देख सकते ने कि सानू प्रकाश दिसना शुरू हो जाता नक शीशे की तरह। तो वो फिर उस रूप नूं देखते हैं जिहड़ा सदा ही इक्को अवस्था च रहिंदा है। रोज़ वही रूप दिसदा है। हालांकि रोज़ ध्यान दे नाल ये होर नवां नरोआ हुंदा जांदा है। मन साडा रोज़ नवां हुंदा है, होर रोज़ नरोआ हुंदा जदों असीं नाम नूं ध्याउंदे हां। इस करके आपां देखना है, जे नक दिसदा फिर आपां ध्यान लगावांगे। ध्यान लगा के कित्थे जाना है? प्रभु दी शरण दे विच। कित्थों शुरू हो जाती? जित्थों सवास आउंदा है, इत्थों प्रभु दी शरण है। हुण साडा ध्यान इधर नूं नहीं आउंदा, आपां इधर नूं चलदे, इस करके असीं बाहर चले जांदे, प्रभु दी शरण च नहीं जांदे। जे इस पासे नूं जावांगे प्रभु दी शरण जावांगे। इत्थों फिर देखण तो बाद ये देखना है कि जे दिसदा है फिर आपां देखना है किस पासों दिसदा। इधर दिसदा, इधर क्रोध है, वैर विरोध है, सज्जे इधरों दिसदा, ते फिर ठंडा है इधर चिंतावां ने। जे दोनों पासों दिसदा है उत्थे सतोगुण है। जदों हट गया उदों एक दृष्ट हो गए, ते जदों ये प्रकाश दिसना शुरू हो गया उदों सानू कह दिता कि हुण आपां दरगाह दे विच प्रवान हो गए, जिथे सानू गुरसिख कह दिता है, संत कह दिता है, भगत कह दिता है, साधु भी कह दिता है, बहुत सारे नाम देते ने। मंदो इस करके आओ आपां हुण अपने दी पहचान करिए। पहला इत्थे देखिए, इत्थों फिर मैं आप जी नूं आवाज़ देवांगा कि ध्यान सामने लैके आओ। फिर आपां सामने देखना। जदों कहांगा मस्तक दे सामने लै जाओ ध्यान, पलकां उत्ते चुकणियां ने। फिर जदों कहांगा सामने, फिर वापस सामने। फिर जदों कहांगा सम करके देखो, दृष्टि फोकस करके, फिर इत्थे देखना है। जे कोई नवां जीव जे नक दिसदा उसने फिर देखना है आके। बाद च जदों ध्यान लावांगे कि हुण दिसणों हट गया, फिर वो एक दृष्ट हो गया। सो आओ नेत्र सम करिए, अपने आप नूं देखिए। सामने लैके आइए ध्यान।
ਮਸਤਕ ਦੇ ਸਾਹਮਣੇ ਲੈ ਜਾਓ, ਪਲਕ ਉੱਤੇ ਚੁੱਕ ਦਿਓ। फिर सामने लेके आइए। फिर नक ते सम करके देखिए, दृष्टि फोकस करके देखिए अपने आप नूं। जे पहला दिसदा सी नक, हुण देखना है कि हुण दिसनों हट गया। जे नक नज़र नहीं आउंदा, असीं एक दृष्ट हाँ। नीचे लै जाओ ध्यान, बिल्कुल रिलैक्स थल्ले, जिथे आपां बैठे हाँ अपने तो अगे जो थल्ले विछया है कपड़ा वगैरह, उस तो उपर देखना। थोड़ा उपर देखने की कोशिश करांगे, उत्थे सानू प्रकाश अनुभव होना शुरू होएगा जल की तरह। ये जिहड़े शुरुआती नवें गुरमुख हुंदे ने, उन्हां नूं हुंदा है, ਜਿਹੜੇ फिर ते आउंदे चले जांदे ने, उन्हां नूं स्थिरता आउंदी है। उन्हां नूं एक शीशे की तरह, एक शीशे की तरह अनुभव होना शुरू हो जाता है। जिन्ना ते आउंदे जावांगे होर सूक्ष्म हुंदा जांदा है। फिर सम करके देखिए अपने आप नूं, दृष्टि फोकस करके फिर अपने आप नूं देखिए। फिर नीचे लै जाओ ध्यान,
नीचे ले जो ध्यान, फिर रिलैक्स देखना है। सामने लेके आइए ध्यान। मस्तक दे सामने ले जाओ, पलकां उत्ते चुक दो। फिर सामने लेके आइए। नीचे ले जाओ ध्यान।
ਸਮ ਕਰਕੇ ਦੇਖੇ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਧਿਆਵਾਂਗੇ ਤੇ ਮਾਲਕ ਦਇਆ ਕਰਦਾ ਹੈ, ਸਾਡਾ ਮੁਖ ਉਜਲ ਹੋਏਗਾ, ਅਸੀਂ ਦਰਗਾਹ ਦੇ ਵਾਸੀ ਹੋਵਾਂਗੇ। ਜਰੇ ਜਰੇ ਚ ਕਣ ਕਣ ਦੇ ਵਿੱਚ ਉਸ ਮਾਲਕ ਨੂੰ ਦੇਖ ਸਕਾਂਗੇ ਜਿਸ ਕਾਰਜ ਵਾਸਤੇ ਆਪਾਂ ਇਸ ਸੰਸਾਰ ਦੇ ਵਿੱਚ ਆਏ ਹਾਂ। ਉਹ ਕਾਰਜ ਸਾਡਾ ਪੂਰਾ ਹੋਏਗਾ, ਲੋਕ ਸੁਖੀ ਹੋਏਗਾ ਅਤੇ ਪਰਲੋਕ ਸਾਡਾ ਸੁਹੇਲਾ ਹੋ ਜਾਏਗਾ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।